Dr. Ravi Garg, Director Pioneer Immigration, ICCRC member authorized by Canada Government and Canada Embassy ਵੱਲੋਂ ਸਾਰਿਆਂ ਨੂੰ ਨਮਸਕਾਰ, ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ। ਬਹੁਤ ਹੀ ਅੱਛੀ ਖਬਰ, ਬਹੁਤ ਖੁਸ਼ਖਬਰੀ ਹੈਗੀ ਹੈ ਵੱਡੀ ਕਿ ਤਕਰੀਬਨ 1 ਮਹੀਨੇ ਤੋਂ ਬਹੁਤ ਜ਼ਿਆਦਾ ਰਿਫਿਊਜ਼ਲਾਂ ਆ ਰਹੀਆਂ ਸੀਗੀਆਂ ਕੈਨੇਡਾ ਅੰਬੈਸੀ ਵੱਲੋਂ, ਔਰ ਸਾਰੇ ਸਟੂਡੈਂਟਸ ਜਿਨ੍ਹਾਂ ਦੀਆਂ ਫਾਈਲਾਂ ਅੰਬੈਸੀ ਵਿੱਚ ਸੀਗੀਆਂ ਬਹੁਤ ਬੁਰੀ ਤਰ੍ਹਾਂ ਚਿੰਤਿਤ, ਅਪਸੈਟ ਔਰ ਟੈਂਸ਼ਨ ਵਿੱਚ ਸੀਗੇ ਕਿ ਕੀ ਬਣੂਗਾ। ਕਿਉਂਕਿ ਸਾਰੇ ਇੰਡੀਆ ਦੇ ਵਿੱਚ ਪਿਛਲੇ ਲਾਈਵ ਸੈਸ਼ਨਸ ਅਗਰ ਤੁਸੀਂ ਮੇਰੇ ਦੇਖੋ, 2-3 ਲਾਈਵ ਸੈਸ਼ਨਸ ਦੇ ਵਿੱਚ ਹਮੇਸ਼ਾ ਇਹੀ ਗੱਲ ਕਰਦੇ ਸੀ, ਕਿਉਂਕਿ ਬਹੁਤ ਘੱਟ ਕੰਸਲਟੈਂਟਸ ਸੱਚਾਈ ਨੂੰ ਸਾਹਮਣੇ ਲਿਆਉਂਦੇ ਨੇ। ਆਪਣਾ ਜਿਹੜਾ ਪਾਇਨੀਅਰ ਇਮੀਗ੍ਰੇਸ਼ਨ 2003 ਤੋਂ ਤੁਹਾਡੀਆਂ ਸੇਵਾਵਾਂ ਵਿੱਚ ICCRC ਮੈਂਬਰ ਕੈਨੇਡਾ ਅੰਬੈਸੀ ਦੀ ਵੈਬਸਾਈਟ 'ਤੇ ਨਾਮ 100% ਓਨੈਸਟੀ, ਤੁਹਾਡੀ ਕੇਅਰ ਔਰ ਜੈਨੂਅਨ ਸੇਵਾਵਾਂ ਦਾ ਮਤਲਬ ਇਹ ਕਿ ਸੱਚਾਈ ਦੇ ਨਾਲ ਅੱਗੇ ਵਧਣਾ। ਤੇ 2-3 ਹਫ਼ਤਿਆਂ ਤੋਂ ਇੰਨੀ ਜ਼ਿਆਦਾ ਰਿਫਿਊਜ਼ਲ ਸਾਰੇ ਇੰਡੀਆ ਵਿੱਚ ਸੀਗੀਆਂ, ਟੈਂਸ਼ਨ ਵਾਲਾ ਕੰਮ ਹੋਇਆ ਸੀਗਾ। ਲੇਕਿਨ ਕੱਲ੍ਹ ਔਰ ਅੱਜ 2 ਦਿਨ ਬਹੁਤ ਜ਼ਿਆਦਾ ਵੀਜ਼ਾ ਦਾ ਮਤਲਬ ਇਹ ਕਿ ਇਹ ਲੱਗਦਾ ਹੈਗਾ ਕਿ ਜ਼ਿਆਦਾ ਚਾਂਸ ਹੈਗਾ ਕਿ ਜਿੰਨੀਆਂ ਵੀ ਰਿਫਿਊਜ਼ਲਾਂ ਸੀਗੀਆਂ ਇਹਨਾਂ ਨੇ ਡਿਸਾਈਡ ਅੰਬੈਸੀ ਨੇ ਕਰਕੇ ਰੱਖਿਆ ਔਰ ਰਿਫਿਊਜ਼ਲਸ ਨੂੰ ਡਿਕਲੇਅਰ ਕਰ ਦਿੱਤਾ ਪਹਿਲਾਂ ਸਾਰਿਆਂ ਨੂੰ, ਅਤੇ ਇਸ ਕਰਕੇ ਸਾਰੇ ਰਿਫਿਊਜ਼ਲਸ ਹੀ ਆ ਰਹੀ ਸੀ। ਸ਼ਾਇਦ ਹੀ ਕੋਈ 10-20 ਦੇ ਵਿੱਚੋਂ ਇੱਕ ਵੀਜ਼ਾ ਆਉਂਦਾ ਸੀਗਾ ਸਾਰੇ ਇੰਡੀਆ ਦੇ ਵਿੱਚ, ਅਤੇ ਹੁਣ ਸਾਰੇ ਵੀਜ਼ੇ ਦਾ ਮਤਲਬ 20-30 ਦੇ ਵਿੱਚੋਂ ਇੱਕ ਰਿਫਿਊਜ਼ਲ, ਮਤਲਬ 100% ਵੀਜ਼ਾ। ਸੋ ਬਹੁਤ ਸਾਰੇ ਵੀਜ਼ਾ ਕੱਲ੍ਹ ਵੀ ਅੱਜ ਵੀ, ਸੋ ਉੱਥੇ ਹੀ ਜਿਹੜਾ 100% ਰਿਫਿਊਜ਼ਲ ਰੇਟ ਚਲਾ ਗਿਆ ਸੀਗਾ, ਉਹ ਇੰਨੇ ਜ਼ਿਆਦਾ ਵੀਜ਼ੇ ਆ ਗਏ ਨੇ ਕਿ ਜਿਹੜੀ ਪਿਛਲੀ ਕਸਰ ਪੂਰੀ ਹੋ ਗਈ ਦਾ ਮਤਲਬ ਇਹ ਕਿ ਹੁਣ ਅੱਗੇ ਦੇ ਸਾਰੇ ਵੀਜ਼ੇ ਦੀ ਹੀ ਚਾਂਸਿਸ ਲੱਗਦੇ ਪਏ ਨੇ। ਲੈਟ ਅਸ ਸੀ। ਲੇਕਿਨ ਬੜੀ ਇੱਕ ਅੱਛੀ ਖਬਰ, ਔਰ ਸਾਰੀ ਜਿਹੜੀ ਸਾਡੀ ਇਮੀਗ੍ਰੇਸ਼ਨ ਇੰਡਸਟਰੀ ਜਿਹੜੀ ਕਿ ਬੜੀ ਇੱਕ ਨਾਜ਼ੁਕ ਜਿਹੜੀ ਇੱਕ ਫੀਲਡ ਹੈਗਾ, ਦਾ ਮਤਲਬ ਸਟੂਡੈਂਟਸ, ਉਹਨਾਂ ਦੇ ਪੇਰੈਂਟਸ ਜਿਹੜੇ ਬਹੁਤ ਐਪਰੀਹੈਂਸਿਵ ਹੁੰਦੇ ਨੇ, ਚਿੰਤਿਤ ਹੁੰਦੇ ਨੇ ਕਿ ਆਪਣੇ ਕੈਰੀਅਰ ਨੂੰ ਲੈ ਕੇ ਬੜਾ ਵੱਡਾ ਸੁਪਨਾ ਹੁੰਦਾ ਹੈ ਕਿ ਕੈਨੇਡਾ ਜਾਣਾ ਹੈ ਜਾਂ ਹੋਰ ਕਿਸੇ ਕੰਟਰੀ ਦੇ ਵਿੱਚ ਜਾਣਾ ਹੈ, ਅਤੇ ਵੀਜ਼ਾ ਲੱਗ ਜਾਵੇ ਅਤੇ ਉੱਥੇ ਜਾ ਕੇ ਆਪਣੀ ਜ਼ਿੰਦਗੀ ਬਣਾ ਸਕਣ। ਤਾਂ ਕਿ ਕਿਉਂਕਿ ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਕਿ ਬੜੀ ਗੱਲਾਂ ਡਿਸਕਸ ਕਰਨ ਵਾਲੀਆਂ ਨੇ। ਵਾਈ ਕੈਨੇਡਾ, ਵਾਈ ਟੂ ਗੋ ਅਬਰਾਡ, ਇਹ ਇੱਕ ਵੱਡਾ ਕੁਐਸਚਨ ਹੈਗਾ ਕਿ ਬਹੁਤ ਸਾਰੇ ਲੋਕ ਇੱਥੇ ਸੈਟਲਡ ਹੁੰਦੇ ਨੇ, ਪੇਰੈਂਟਸ ਸੈਟਲਡ ਹੁੰਦੇ ਨੇ, ਗੌਰਮੈਂਟ ਆਫਿਸਰ ਨੇ, ਅੱਛੀ ਕਮਾਈ ਹੈਗੀ ਹੈ ਜਾਂ ਬਹੁਤ ਵੱਡਾ ਅੱਛਾ ਬਿਜ਼ਨਸ ਸੈਟਲਡ ਹੈਗਾ, ਫਿਰ ਵੀ ਕੈਨੇਡਾ ਜਾਣਾ ਚਾਹੁੰਦੇ ਨੇ ਅਤੇ ਜਾਣਾ ਚਾਹੀਦਾ ਹੈ ਕਿ ਨਹੀਂ। ਇਹ ਇੱਕ ਬੜੀ ਵੱਡੀ ਗੱਲ ਹੈਗੀ ਹੈ। ਬਾਅਦ ਦੇ ਵਿੱਚ ਪਹਿਲਾਂ ਕਈ ਸੈਸ਼ਨਸ ਦੇ ਵਿੱਚ ਅਲੱਗ-ਅਲੱਗ ਟੌਪਿਕਸ ਦੇ ਉੱਪਰ ਗੱਲ ਕਰਦੇ ਹਾਂ, ਅਤੇ ਫੇਸਬੁੱਕ ਪੇਜ, ਇੰਸਟਾਗ੍ਰਾਮ ਪੇਜ ਔਰ YouTube ਚੈਨਲ 'ਤੇ ਤੁਸੀਂ ਪਿਛਲੇ ਜਿਹੜੇ ਲਾਈਵ ਸੈਸ਼ਨਸ ਨੇ ਮੇਰੇ ਜਾਂ TV ਇੰਟਰਵਿਊਜ਼ ਅਪਲੋਡ ਕਰਦੇ ਹੈਗੇ ਆ, ਉਹ ਜ਼ਰੂਰ ਦੇਖੋ, ਤਾਂ ਕਿ ਅਲੱਗ-ਅਲੱਗ ਤੁਹਾਡੇ ਕੁਐਸਚਨ ਜਿਹੜੇ ਤੁਹਾਡੇ ਕੁਐਰੀਜ਼ ਹੁੰਦੀਆਂ ਨੇ, ਦਿਮਾਗ ਦੇ ਵਿੱਚ ਸਵਾਲ ਹੁੰਦੇ ਨੇ, ਉਹਨਾਂ ਦਾ ਆਨਸਰ, ਔਰ ਅਲੱਗ-ਅਲੱਗ ਚੈਨਲਸ 'ਤੇ ਅਲੱਗ-ਅਲੱਗ ਟਾਈਮ 'ਤੇ TV ਇੰਟਰਵਿਊਜ਼ ਮੇਰੀਆਂ ਹੁੰਦੀਆਂ ਨੇ। ਉਸ ਦੇ ਵਾਸਤੇ ਵੀ 70613 'ਤੇ ਕਾਲ ਕਰਕੇ ਅਲੱਗ-ਅਲੱਗ ਜਿਹੜੇ ਇਹ ਸਕੈਡਿਊਲ ਹੈਗਾ, ਜਿਹੜਾ ਇਹ ਕਦੋਂ ਕਿਹੜੇ TV ਚੈਨਲ 'ਤੇ ਇੰਟਰਵਿਊ ਆਉਣੀ ਹੈਗੀ ਹੈ, ਇਸ ਦੀ ਵੀ ਡਿਟੇਲ ਲੈ ਸਕਦੇ ਹੋ, ਤਾਂ ਕਿ ਲੇਟੈਸਟ ਅਪਡੇਟਸ ਤੋਂ ਤੁਸੀਂ ਜਾਣੂ ਰਹਿ ਸਕੋ। ਸੋ ਸਾਡੇ ਵਾਸਤੇ ਇੱਕ ਬੜਾ ਵੱਡੀ ਪ੍ਰੋਬਲਮ ਹੁੰਦੀ ਹੈ, ਜਿਸ ਤਰ੍ਹਾਂ ਕਿ ਹਨੇਰੀ ਚੱਲਦੀ ਵੀ ਸੀ, ਬਹੁਤ ਸਾਰੀਆਂ ਰਿਫਿਊਜ਼ਲਾਂ ਸਾਰੇ ਇੰਡੀਆ ਦੇ ਵਿੱਚ ਆਉਂਦੀਆਂ ਪਈਆਂ ਸੀਗੀਆਂ, ਅਤੇ ਇੰਨੇ ਸਾਰੇ ਕਲਾਇੰਟਸ ਨੂੰ ਗੱਲਬਾਤ ਕਰਨੀ, ਉਹਨਾਂ ਨੂੰ ਕਨਵਿੰਸ ਕਰਨਾ, ਉਹਨਾਂ ਦੇ ਅੱਗੇ ਰਸਤੇ ਦੇਖਣੇ, ਰੀਅਪਲਾਈ ਕਰਨਾ ਹੈ, ਕਿਸ ਤਰ੍ਹਾਂ ਕਰਨਾ ਹੈ, ਉਹ ਸਾਰਾ ਡਿਸਕਸ਼ਨ ਕਰਨੀ, ਇਹ ਬੜਾ ਵੱਡਾ ਇੱਕ ਮਸਲਾ ਬਣ ਜਾਂਦਾ ਹੈਗਾ। ਜਦੋਂ ਕਿ ਵੀਜ਼ਾ ਲੱਗਿਆ ਅਤੇ ਉਹ ਇੱਕ ਕਿਸਮ ਦਾ ਮਸਲਾ ਖਤਮ, ਕਿ ਸਟੂਡੈਂਟਸ ਨੇ ਜਿਹੜਾ ਵੀਜ਼ਾ ਲਿਆ ਔਰ ਫਲਾਈਟ ਬੁੱਕ ਕਰਾ ਕੇ ਜ਼ਿਆਦਾਤਰ ਅੱਗੇ ਜਾਣ ਦੀ ਗੱਲ ਹੋ ਜਾਂਦੀ ਹੈ। ਅਤੇ ਜਿੰਨੇ ਵੀ ਰਿਫਿਊਜ਼ਡ ਕੇਸਿਸ ਨੇ ਉਹਨਾਂ ਦਾ ਰੀਅਪਲਾਈ ਕਰਨਾ ਚਾਹੀਦਾ। ਹਾਲੇ ਟਾਈਮ ਹੈਗਾ। ਸਤੰਬਰ ਇਨਟੇਕ ਵਾਸਤੇ ਵੀ ਖਾਸ ਤੌਰ 'ਤੇ 1 ਅਗਸਤ ਤੱਕ ਤਾਂ ਪਹਿਲਾਂ ਡੈਡਲਾਈਨ ਹੁੰਦੀ ਸੀਗੀ। ਹਾਲਾਂਕਿ ਐਤਕੀ ਵਾਰ ਅੰਬੈਸੀ ਨੇ ਕਿਹਾ ਸੀਗਾ ਕਿ 15 ਮਈ ਤੱਕ ਕੋਸ਼ਿਸ਼ ਕਰੋ ਸਤੰਬਰ ਇਨਟੇਕ ਦੀਆਂ ਫਾਈਲਾਂ ਜਮ੍ਹਾਂ ਕਰਾ ਦਿਓ, ਔਰ ਉਹਨਾਂ ਦਾ ਰਿਜ਼ਲਟ ਅਸੀਂ 6 ਅਗਸਤ ਤੋਂ ਪਹਿਲਾਂ ਦੇ ਦਾਂਗੇ।
ਹਾਲਾਂਕਿ ਇਹ ਵੀ ਨਾਲ ਲਿਖਿਆ ਸੀਗਾ ਕਿ ਉਸ ਤੋਂ ਬਾਅਦ ਵੀ ਜਿਹੜੀਆਂ 15 ਮਈ ਤੋਂ ਬਾਅਦ ਵੀ ਜਿਹੜੀਆਂ ਫਾਈਲਾਂ ਲੱਗਣਗੀਆਂ ਅਸੀਂ ਉਹ ਚੱਕਦੇ ਰਵਾਂਗੇ, ਉਹਨਾਂ ਦਾ ਰਿਜ਼ਲਟ ਦੇਵਾਂਗੇ। ਔਰ ਅੱਛੀ ਗੱਲ ਇਹ ਬੜੀ ਅੱਛੀ ਖਬਰ ਹੈਗੀ ਹੈ ਕਿ ਕੱਲ ਅਸੀਂ ਡਿਟੇਲ ਦੇਖੀ ਤੇ ਪਿਛਲੇ 15 ਦਿਨ ਪਹਿਲਾਂ ਜਿਨ੍ਹਾਂ ਦਾ ਅਪਲਾਈ ਕੀਤਾ ਸੀ ਉਹਨਾਂ ਦੇ ਵੀ ਵੀਜ਼ੇ ਆ ਗਏ। ਸੋ ਜਸਟ 2 ਵੀਕਸ ਦੇ ਵਿੱਚ ਜਿਹੜਾ ਪ੍ਰੋਸੈਸਿੰਗ ਟਾਈਮ। ਔਰ ਇਸ ਕਰਕੇ ਆਪਾਂ ਹਾਲੇ ਜਿਨ੍ਹਾਂ ਦੀ 5, 7, 10 ਸਤੰਬਰ ਨੂੰ ਕਲਾਸਾਂ ਸ਼ੁਰੂ ਹੋਣੀਆਂ ਨੇ ਉਹਨਾਂ ਦਾ ਆਪਾਂ ਹਾਲੇ ਵੀ ਅਪਲਾਈ ਕਰ ਸਕਦੇ ਹਾਂ। ਆਪਾਂ ਨੂੰ ਰੀ-ਅਪਲਾਈ ਕਰ ਲੈਣਾ ਚਾਹੀਦਾ ਹੈਗਾ ਇਮੀਡੀਏਟਲੀ। ਔਰ ਉਸ ਦੇ ਵਿੱਚ ਕੀ ਤੁਹਾਡੇ ਰੀਜ਼ਨ ਕੀ ਕਾਰਨ ਹੈਗਾ, ਜਿਸ ਤਰ੍ਹਾਂ ਕਿ ਇੱਕ ਮੈਂ ਕੱਲ ਮੇਰੇ ਕੋਲ ਕੋਈ ਮਿਲਿਆ ਕਿ ਆਫਿਸ ਦੇ ਵਿੱਚ, ਤੇ ਉਸ ਦੇ ਵਿੱਚ ਤੁਸੀਂ ਦੇਖੋ ਕਿ BBA ਤੋਂ ਬਾਅਦ MBA ਕੀਤੀ ਹੋਈ ਸੀ, ਉਸ ਨੂੰ ਪੋਸਟ ਗ੍ਰੈਜੂਏਟ ਡਿਪਲੋਮਾ ਇਨ ਬਿਜ਼ਨਸ ਮੈਨੇਜਮੈਂਟ 1 ਸਾਲ ਦਾ ਦਿੱਤਾ ਗਿਆ ਸੀਗਾ। ਸੋ ਇੱਕ ਨੈਚੁਰਲ ਜੀ ਜਿਹੜੇ ਜਿਸ ਬੰਦੇ ਨੇ BBA ਤੋਂ ਬਾਅਦ 2 ਸਾਲ ਦੀ MBA ਮਾਸਟਰ ਇਨ ਬਿਜ਼ਨਸ ਐਡਮਿਨਿਸਟ੍ਰੇਸ਼ਨ ਕਰ ਲਈ, ਉਹ ਪੋਸਟ ਗ੍ਰੈਜੂਏਟ ਡਿਪਲੋਮਾ ਇਨ ਬਿਜ਼ਨਸ ਐਡਮਿਨਿਸਟ੍ਰੇਸ਼ਨ 1 ਸਾਲ ਦਾ ਜਿਹੜਾ ਉਹ ਛੋਟੇ ਲੈਵਲ ਦਾ, ਮਤਲਬ ਇਹ ਕਿ ਆਲਰੇਡੀ ਉਸ ਨੇ ਹਾਇਰ ਸਟੱਡੀ, ਉਸ ਤੋਂ ਹੀ ਹਾਇਰ ਸਟੱਡੀ ਕਰ ਚੁੱਕਾ ਹੈਗਾ ਔਰ ਲੋਅਰ ਸਟੱਡੀ ਨੂੰ ਕਰਨ ਵਾਸਤੇ ਕੈਨੇਡਾ ਜਾਣਾ ਚਾਹੁੰਦਾ ਹੈਗਾ, ਵਿਚ ਡਜ਼ਨਟ ਮੇਕ ਸੈਂਸ। ਤੇ ਨੈਚੁਰਲੀ ਕਿ ਵੀਜ਼ਾ ਆਫੀਸਰ ਨੇ ਓਬਜੈਕਸ਼ਨ ਲਾਉਣਾ ਬਣਦਾ ਸੀਗਾ, ਜਾਇਜ਼ ਓਬਜੈਕਸ਼ਨ ਹੈਗਾ, ਔਰ ਰਿਫਿਊਜ਼ਲ ਕਰ ਦਿੱਤੀ। ਸੋ ਇਹ ਇਸ ਤਰ੍ਹਾਂ ਦੇ ਬੜੇ ਸਾਰੇ ਆਪਾਂ ਡਿਸਕਸ਼ਨ ਕਰਾਂਗੇ ਕਿ ਕਿਉਂ ਕੀ ਰੀਜ਼ਨਸ ਨੇ, ਤੇ ਉਹ ਬੜੇ ਸਾਰੇ ਇਸ ਤਰ੍ਹਾਂ ਦੇ ਰੀਜ਼ਨ ਹੈਗੇ ਨੇ। ਜਿਸ ਤਰ੍ਹਾਂ ਕਿ ਗ੍ਰੈਜੂਏਟਸ ਹਮੇਸ਼ਾ ਪੋਸਟ ਗ੍ਰੈਜੂਏਟ ਪ੍ਰੋਗਰਾਮ ਵਿੱਚ ਹੀ ਜਾਣਾ ਚਾਹੀਦਾ ਹੈਗਾ। ਅਗਰ ਪੋਸਟ ਸੈਕੰਡਰੀ ਪ੍ਰੋਗਰਾਮ ਵਿੱਚ ਜਾਵਾਂਗੇ ਤੇ ਉਹ ਗਲਤੀ ਹੈਗੀ ਹੈ। ਕੋਈ ਵੀ ਸਟੂਡੈਂਟ ਜਿਹੜਾ ਸਮਝਦਾਰ ਹੈਗਾ ਉਹ ਗ੍ਰੈਜੂਏਟ ਜਿਹੜਾ ਹੈਗਾ ਪੋਸਟ ਸੈਕੰਡਰੀ 12ਵੀਂ ਤੋਂ ਬਾਅਦ ਵਾਲੇ ਪ੍ਰੋਗਰਾਮ ਵਿੱਚ ਨਹੀਂ ਜਾਏਗਾ, ਪੋਸਟ ਗ੍ਰੈਜੂਏਟ ਵਿੱਚ ਹੀ ਜਾਣਾ ਚਾਹੀਦਾ ਹੈਗਾ। ਸੋ ਉਹ ਵੀ ਇੱਕ ਰੀਜ਼ਨ ਹੈਗਾ ਰਿਫਿਊਜ਼ਲ ਦਾ। ਔਰ ਹੋਰ ਬੜੇ ਸਾਰੇ ਰੀਜ਼ਨਸ ਕਿ ਤੁਹਾਡੇ ਮਾਰਕਸ ਪਹਿਲਾਂ ਜਿਹੜੀ ਪੜ੍ਹਾਈ ਕੀਤੀ ਹੈ ਉਹ ਉਸ ਦੇ ਵਿੱਚ ਕਿੱਦਾਂ ਦੇ ਸੀਗੇ, ਅੱਗੇ ਕਿਹੜੇ ਪ੍ਰੋਗਰਾਮ ਵਿੱਚ ਚੱਲੇ ਹੈਗੇ, ਉਹ ਰੈਲੇਵੈਂਟ ਪ੍ਰੋਗਰਾਮ ਹੋਣਾ ਚਾਹੀਦਾ, ਮੈਨੀ ਫੈਕਟਰਸ। ਸੋ ਉਹ ਜਿਨ੍ਹਾਂ ਦੇ ਰਿਫਿਊਜ਼ਡ ਹੈਗੇ ਨੇ, ਵੈਲਕਮ। ਸਾਡੇ ਅਲੱਗ-ਅਲੱਗ ਆਫਿਸਿਸ ਦੇ ਵਿੱਚ ਕਾਉਂਸਲਰਸ, ਮੈਨੇਜਰਸ ਨੂੰ ਸਾਰੀ ਇਹ ਟ੍ਰੇਨਿੰਗ ਦਿੱਤੀ ਹੋਈ ਹੈ ਆਲਰੇਡੀ। ਸਾਰੇ ਸਮਝਦਾਰ ਨੇ, ਇੰਟੈਲੀਜੈਂਟ ਨੇ ਔਰ ਮੇਰੀ ਡਾਇਰੈਕਟ ਟ੍ਰੇਨਿੰਗ ਔਰ ਗਾਈਡੈਂਸ ਦੇ ਨਾਲ ਕੰਮ ਕਰਦੇ ਨੇ। ਵੈਲਕਮ। ਔਰ ਆਪਣਾ ਕੇਸ ਡਿਸਕਸ ਕਰ ਲਓ ਔਰ ਇਮੀਡੀਏਟਲੀ ਅਪਲਾਈ ਕਰਾਂਗੇ। ਅਗਰ ਕਿਤੇ ਗਲਤੀਆਂ ਹੈਗੀਆਂ ਨੇ, ਜਿਸ ਤਰ੍ਹਾਂ ਦੀ ਉਹ ਜਿਹੜੀ ਪੋਸਟ ਗ੍ਰੈਜੂਏਟ ਡਿਪਲੋਮੇ ਵਾਲੀ ਗੱਲ ਮੈਂ ਦੱਸੀ, ਸੋ ਉਹਨਾਂ ਦਾ ਡੈਫੀਨੇਟਲੀ ਉਹਨਾਂ ਦਾ ਪਹਿਲਾਂ ਰਿਫੰਡ ਅਪਲਾਈ ਕਰਾਂਗੇ, ਉੱਥੋਂ ਉਹਦਾ ਵਾਪਸ ਲੈ ਲਾਂਗੇ। ਕਿਸੇ ਹੋਰ ਕਾਲਜ ਦੇ ਵਿੱਚ ਅਪਲਾਈ ਕਰਕੇ ਸਹੀ ਪ੍ਰੋਗਰਾਮ ਦੇ ਵਿੱਚ ਅਪਲਾਈ ਕਰਕੇ ਔਰ ਉਸ ਤੋਂ ਬਾਅਦ ਅੰਬੈਸੀ ਦੇ ਵਿੱਚ ਫਾਈਲ ਲਾਵਾਂਗੇ। ਸਾਡੀ ਜਿਹੜੀ ਫੀਸ ਹੈਗੀ ਹੈ, ਬੜੀ ਖਾਸ ਗੱਲ ਹੈਗੀ ਹੈ ਕਿ ਬੜੀ ਲੋ ਹੈਗੀ ਹੈ, ਕਿਉਂਕਿ ਗਵਰਨਮੈਂਟ ਆਥੋਰਾਈਜ਼ਡ ਕੈਨੇਡਾ ਅੰਬੈਸੀ ਦੀ ਵੈਬਸਾਈਟ ਦੇ ਨਾਮ cic.gc.ca, ਜਿਹੜੀ ਕੈਨੇਡਾ ਅੰਬੈਸੀ ਦੀ ਵੈਬਸਾਈਟ, ਤੇ ਤੁਸੀਂ ਆਥੋਰਾਈਜ਼ਡ ਰਿਪਰੈਜ਼ੈਂਟੇਟਿਵ ਜਿਹੜਾ ਸਰਚ ਬਾਕਸ ਵਿੱਚ ਲਿਖੋਗੇ ਤੇ ਉੱਥੇ ਉਹ ਲਿਸਟ ਦੇ ਦੇਗਾ ਕਿ ICCRC ਮੈਂਬਰਸ ਲੀਗਲੀ ਆਥੋਰਾਈਜ਼ਡ ਨੇ। ਉਸ ਦੀ ਲਿਸਟ ਆਪਾਂ ਦੇਖ ਸਕਦੇ ਹਾਂ। ਉਸ ਦੇ ਵਿੱਚ ਮੇਰਾ ਨਾਮ ਗਰਗ ਰਵੀ ਕੁਮਾਰ। ਔਰ ਜ਼ਿਆਦਾਤਰ ਕਾਲਜਿਸ, ਯੂਨੀਵਰਸਿਟੀਜ਼ ਦੇ ਡਾਇਰੈਕਟ ਆਥੋਰਾਈਜ਼ਡ ਰਿਪਰੈਜ਼ੈਂਟੇਟਿਵ ਔਰ ਉਹ ਆਫਿਸਿਸ ਦੇ ਖਰਚੇ ਦਿੰਦੇ ਨੇ। ਇਸ ਕਰਕੇ ਅਸੀਂ ਆਪਣੀ ਫੀਸ ਜ਼ਿਆਦਾਤਰ ਸਟੂਡੈਂਟਸ ਜਿਹੜੇ ਕੇਸਿਸ ਕੋਲੋਂ ਨਹੀਂ ਲੈਂਦੇ, 2000 ਰੁਪੀਜ਼, ਜਿਹੜੀ ਕਿ ਰਜਿਸਟ੍ਰੇਸ਼ਨ ਦਾ ਮਤਲਬ ਕਾਗਜ਼ ਪੱਤਰ ਦੀ ਫੀਸ, ਔਰ ਰਿਫਿਊਜ਼ਡ ਕੇਸਿਸ ਤੋਂ ਥੋੜ੍ਹੀ ਜਿਹੀ ਫੀਸ ਹੋ ਸਕਦੀ ਹੈ। ਸੋ ਵੈਲਕਮ, ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਇਹ ਪਾਲਿਸੀ ਸਾਡੀ ਇਸ ਕਰਕੇ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਸਾਡੀਆਂ ਜਿਹੜੀ ਜੈਨੂਅਨ ਔਰ ਐਕਸਪਰਟ ਸਰਵਿਸਿਜ਼ ਦਾ ਫਾਇਦਾ ਲੈ ਸਕਣ। ਜਨਵਰੀ 22 ਵਾਸਤੇ ਜਿਹੜੀ ਐਪਲੀਕੇਸ਼ਨਸ ਜਾ ਰਹੀਆਂ ਨੇ ਔਰ ਛੇਤੀ ਅਪਲਾਈ ਕਰਕੇ ਬੜੇ ਸਾਰੇ ਕਾਲਜਿਸ, ਜਿਸ ਤਰ੍ਹਾਂ ਲੈਂਪਟਨ ਕਾਲਜ ਜਨਵਰੀ 22 ਵਾਸਤੇ ਫੁੱਲ ਹੋ ਗਿਆ, ਜਿਹੜਾ ਕਿ ਬੜਾ ਇੱਕ ਲੋਕਾਂ ਦਾ ਚੁਣਿੰਦਾ ਕਾਲਜ ਹੈਗਾ, ਬੜਾ ਪ੍ਰੈਫਰਡ ਕਾਲਜ ਹੈਗਾ। ਦਾ ਮਤਲਬ ਉੱਥੇ 3+1 ਦਾ ਮਤਲਬ 4th ਸਮੈਸਟਰ ਜਿਹੜਾ ਹੈਗਾ, 3 ਸਮੈਸਟਰ ਇਨ ਕਲਾਸ ਸਟੱਡੀ, 4th ਸਮੈਸਟਰ ਕੋਪ, ਔਰ ਉਸ ਦੀ ਫੀਸ ਵੀ ਨਹੀਂ ਦੇਣੀ, ਔਰ ਉਸ ਦੀ ਜ਼ਿਆਦਾਤਰ ਟ੍ਰੇਨਿੰਗ ਜਿਹੜੀ ਹੈ ਜ਼ਿਆਦਾਤਰ ਪੇਡ। ਸੋ ਉਹ ਹੁਣ ਮਈ ਦੀ ਐਡਮਿਸ਼ਨ ਸ਼ੁਰੂ ਹੋ ਗਈਆਂ ਨੇ। ਔਰ ਜਿਹੜੇ ਆਪਣੀ ਫੀਸ ਬਚਾਉਣਾ ਚਾਹੁੰਦੇ ਨੇ, ਜਿਸ ਤਰ੍ਹਾਂ ਕਿ ਬਾਕੀ ਦੇ ਕਾਲਜਾਂ 'ਚ 2 ਸਾਲ ਦੀ ਫੀਸ ਤਕਰੀਬਨ $32,000 ਤੇ ਲੈਂਪਟਨ ਕਾਲਜ ਦੇ ਪੋਸਟ ਗ੍ਰੈਜੂਏਟ ਪ੍ਰੋਗਰਾਮ ਦੀ ਫੀਸ ਤਕਰੀਬਨ $25,000, ਇਸੇ ਤਰ੍ਹਾਂ KPU ਦੇ ਵੀ ਪੋਸਟ ਗ੍ਰੈਜੂਏਟ ਪ੍ਰੋਗਰਾਮ ਦੀ $25,000, CNC ਦੀ ਵੀ ਘੱਟ ਫੀਸ ਹੈਗੀ ਹੈ, NBCC ਦੇ ਵਿੱਚ ਬੜੇ ਥੋੜ੍ਹੇ ਜਿਹੇ ਪ੍ਰੋਗਰਾਮ ਰਹਿ ਗਏ ਨੇ, ਉਹਨਾਂ ਦੀ ਵੀ ਫੀਸ ਘੱਟ ਹੈਗੀ ਹੈ। ਤੇ ਇਹ ਜਿਹੜੇ ਇਹੋ ਜਿਹੇ ਕਾਲਜਿਸ ਨੇ, ਇਹਨਾਂ ਦੇ ਵਿੱਚ ਖਾਸ ਤੌਰ 'ਤੇ ਪਹਿਲਾਂ ਪ੍ਰੋਗਰਾਮ ਫੁੱਲ ਹੋ ਜਾਂਦੇ ਨੇ, ਛੇਤੀ ਅਪਲਾਈ ਕਰ ਲੈਣਾ ਚਾਹੀਦਾ ਹੈਗਾ। ਔਰ ਲੈਂਪਟਨ ਜਿਸ ਤਰ੍ਹਾਂ ਕਿ ਮਈ ਦੇ ਵਿੱਚ ਮਿਲਦੀ ਹੈ, ਤੇ ਬੇਸ਼ੱਕ 4 ਮਹੀਨੇ ਬਾਅਦ, ਜਨਵਰੀ ਨਹੀਂ ਤਾਂ ਮਈ ਸਹੀ, ਲੇਕਿਨ ਤੁਹਾਡਾ 5 ਲੱਖ ਦੇ ਕਰੀਬ ਦਾ ਇੱਕ ਸਮੈਸਟਰ ਦੀ ਫੀਸ ਬਚ ਜਾਏਗੀ, ਫਾਇਦਾ ਹੋਏਗਾ। ਇਹ ਸਾਰੀਆਂ ਡਿਸਕਸ਼ਨਸ ਜਿਹੜੀਆਂ ਨੇ, ਲੰਬੀਆਂ ਚੌੜੀਆਂ ਗੱਲਾਂ ਨੇ, ਆਫਿਸ ਦੇ ਵਿੱਚ ਜਾ ਕੇ ਸਾਡੇ ਸਟਾਫ ਨਾਲ ਤੁਸੀਂ ਡਿਸਕਸ ਕਰ ਸਕਦੇ ਹੋ, ਤਾਂ ਕਿ ਤੁਹਾਨੂੰ
ਅਲੱਗ-ਅਲੱਗ ਤਰੀਕੇ ਦੇ ਬੈਨੀਫਿਟਸ ਉੱਥੇ ਅਪਲਾਈ ਕਰੀਏ ਜਿੱਥੇ PR ਸੌਖੀ ਹੈ। ਜਿਸ ਤਰ੍ਹਾਂ CBU ਦੇ ਵਿੱਚ ਕੇਪ ਬ੍ਰਿਟਨ ਯੂਨੀਵਰਸਿਟੀ ਦੇ ਵਿੱਚ ਵੀ ਪੋਸਟ ਗ੍ਰੈਜੂਏਟ ਪ੍ਰੋਗਰਾਮ ਦੀ ਫੀਸ $25,000 ਦੇ ਕਰੀਬ, 32,000 ਨਹੀਂ ਹੈਗੀ, 5 ਲੱਖ ਦੇ ਕਰੀਬ ਦੀ ਬਚਤ ਹੋਏਗੀ। ਔਰ ਉੱਥੇ ਜਿਹੜੀ ਹੈ ਨੋਵਾ ਸਕੋਸ਼ੀਆ ਜਿਹੜੀ ਹੈ ਐਟਲਾਂਟਿਕ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਦੇ ਵਿੱਚ ਤੁਹਾਡੀ PR ਵੀ ਸੌਖੀ ਹੋਈ। ਔਰ ਮੈਂ ਪਰਸਨਲੀ ਹੁਣ ਕਿਉਂਕਿ 31 ਜੁਲਾਈ ਨੂੰ ਰਿਜ਼ਲਟ ਆਉਣਾ ਹੈਗਾ ਗ੍ਰੇਡ 12 CBSE ਦਾ, ਔਰ ਆਈਲੈਟਸ ਸੈਂਟਰ 15-20 ਦਿਨ ਪਹਿਲਾਂ ਖੁੱਲ੍ਹ ਚੁੱਕੇ ਸੀ, ਬੱਚਿਆਂ ਨੇ ਆਈਲੈਟਸ ਵੀ ਕਰ ਲਈ ਹੈਗੀ ਆ। ਹੁਣ ਅਗਸਤ ਦੇ ਮਹੀਨੇ ਦੇ ਵਿੱਚ ਕਾਫੀ ਸਾਰੇ ਬੱਚੇ ਸਟੂਡੈਂਟਸ ਨੂੰ ਮੇਰੀ ਜਿਹੜੀ ਹੈ ਸਲਾਹ ਦੀ ਲੋੜ ਹੋਏਗੀ। ਸੋ ਅਗਸਤ ਫਸਟ ਵੀਕ ਦੇ ਵਿੱਚ ਮੈਂ ਜ਼ਿਆਦਾ ਮਿਲਣਾ ਸ਼ੁਰੂ ਕਰ ਦੂੰਗਾ ਅਲੱਗ-ਅਲੱਗ ਆਫਿਸਿਸ ਦੇ ਵਿੱਚ ਵੀ, ਲੁਧਿਆਣਾ, ਮੋਗਾ, ਫਿਰੋਜ਼ਪੁਰ, ਅੰਮ੍ਰਿਤਸਰ, ਜਲੰਧਰ, ਬਠਿੰਡਾ, ਬਰਨਾਲਾ। ਸੋ ਉਹ ਇੱਕ ਟੂਰ ਜਿਹੜੇ ਅਲੱਗ-ਅਲੱਗ ਮੈਂ ਆਊਂਗਾ ਪਰਸਨਲੀ ਔਰ ਮਿਲਾਂਗਾ। ਫਿਲਹਾਲ ਮਿਲਣ ਵਾਸਤੇ ਜਦੋਂ ਤੱਕ ਮੈਂ ਉਹ ਅਗਸਤ ਫਸਟ ਵੀਕ ਦੇ ਵਿੱਚ ਸ਼ੁਰੂ ਨਹੀਂ ਕਰਦਾ ਟੂਰ, ਉਦੋਂ ਤੱਕ ਲਈ ਚੰਡੀਗੜ੍ਹ ਆਫਿਸ ਦੇ ਵਿੱਚ ਮਿਲਦਾ ਪਿਆ ਹੈਗਾ। ਔਰ ਵੀਡੀਓ ਕਾਲ ਦੇ ਜ਼ਰੀਏ, ਫੋਨ ਕਾਲ ਦੇ ਜ਼ਰੀਏ ਗੱਲਬਾਤ ਹੋ ਸਕਦੀ ਹੈ, ਵੈਲਕਮ। ਲੇਕਿਨ ਮੈਨੇਜਰਸ, ਕਾਉਂਸਲਰਸ ਵੀ ਬੜੇ ਸਿਆਣੇ ਨੇ, ਤੁਹਾਨੂੰ ਪੂਰੀ ਤਰ੍ਹਾਂ ਗਾਈਡ ਕਰਨਗੇ, ਕੋਈ ਪ੍ਰੋਬਲਮ ਨਹੀਂ। ਮੇਰੀ ਹਰ ਕਿਸੇ ਕੁਐਰੀ, ਹਰ ਕਿਸੇ ਕਲਾਇੰਟ ਦੀ ਪ੍ਰੋਫਾਈਲ ਦੇ ਉੱਪਰ ਨਜ਼ਰ ਖਿਆਲ ਹੁੰਦਾ ਹੈ, ਉਹਨਾਂ ਨੂੰ ਕਿਹੜੇ ਕੋਰਸ ਦਿੱਤੇ ਔਰ ਪ੍ਰੋਫਾਈਲ ਕੀ ਹੈਗੀ ਹੈ। ਫਿਰ ਉਸ ਤੋਂ ਬਾਅਦ ਐਨਰੋਲਮੈਂਟ, ਕਾਲਜ ਦੀ ਆਫਰ ਲੈਟਰ, ਉਸ ਤੋਂ ਬਾਅਦ ਉਹਨਾਂ ਦੀ ਫਾਈਲ ਬਣਵਾਉਣੀ ਔਰ ਫਾਈਲ ਮੇਰੀ ਚੈੱਕ ਕਰਨੀ, ਮੇਰੇ ਚੈੱਕ ਕਰਕੇ ਉਸ ਤੋਂ ਬਾਅਦ ਐਮਬੈਸੀ ਦੇ ਵਿੱਚ ਸਬਮਿਟ ਕਰਨੀ। ਇਹ ਸਾਰੀਆਂ ਗੱਲਾਂ ਦਾ ਮੇਰਾ ਪੂਰਾ ਧਿਆਨ ਹੁੰਦਾ। ਵੈਲਕਮ। ਸਤੰਬਰ ਵਾਸਤੇ ਜ਼ਿਆਦਾਤਰ ਕਾਲਜ ਦੀ ਬੜੀ ਅੱਛੀ ਖਬਰ ਹੈਗੀ ਹੈ ਕਿ ਜ਼ਿਆਦਾਤਰ ਕਾਲਜਿਸ ਨੇ ਇਨ ਪਰਸਨ ਕਲਾਸਿਸ ਸ਼ੁਰੂ ਕਰ ਦਿੱਤੀਆਂ ਨੇ, ਕਿਉਂਕਿ ਉੱਥੇ ਕੈਨੇਡਾ ਦੇ ਵਿੱਚ ਕਾਫੀ ਜ਼ਿਆਦਾ ਲੋਕ ਜਿਹੜੇ ਵੈਕਸੀਨੇਟ ਹੋ ਚੁੱਕੇ ਨੇ, ਵੈਕਸੀਨੇਸ਼ਨ ਲੱਗੀ। ਸੋ ਉਹਨਾਂ ਨੇ ਕਾਲਜਿਸ ਨੇ, ਈਵਨ ਓਨਟਾਰੀਓ, ਵੈਂਕੂਵਰ ਔਰ ਤਕਰੀਬਨ ਸਾਰੇ ਕੈਨੇਡਾ ਨੇ, ਇਹ ਸਾਡੇ ਕੋਲ ਈਮੇਲਸ ਆ ਗਈਆਂ ਨੇ ਕਿ ਜ਼ਿਆਦਾਤਰ ਪ੍ਰੋਗਰਾਮਸ ਅਸੀਂ ਇਨ ਪਰਸਨ ਕਰਾਂਗੇ। ਲੇਕਿਨ ਅਗਰ ਕੋਈ ਸਟੂਡੈਂਟਸ ਨਹੀਂ ਪਹੁੰਚ ਸਕਦੇ ਤੇ ਉਹ ਆਨਲਾਈਨ ਵੀ ਲੈ ਸਕਦੇ ਨੇ। ਜ਼ਿਆਦਾਤਰ ਪ੍ਰੋਗਰਾਮ ਇਨ ਪਰਸਨ ਵੀ ਹੋ ਸਕਦੇ ਨੇ ਔਰ ਆਨਲਾਈਨ ਵੀ ਹੋ ਸਕਦੇ ਨੇ, ਜਾਂ ਕੁਛ ਕਲਾਸਿਸ ਆਨਲਾਈਨ ਔਰ ਕੁਛ ਕਲਾਸਿਸ ਜਿਹੜੀਆਂ ਇਨ ਪਰਸਨ। ਸੋ ਇਹ ਸਾਰੀ ਐਡਜਸਟਮੈਂਟਸ ਚੱਲਦੀਆਂ ਪਈਆਂ ਨੇ, ਅਲੱਗ-ਅਲੱਗ ਪ੍ਰੋਗਰਾਮ ਤੇ ਅਲੱਗ-ਅਲੱਗ ਮੋਡ ਨੇ। ਤੇ ਉਹ ਤੁਸੀਂ ਸਟੂਡੈਂਟਸ ਧਿਆਨ ਦੇਣ ਕਿ ਤੁਹਾਡਾ ਜਿਹੜਾ ਪ੍ਰੋਗਰਾਮ ਆਨਲਾਈਨ ਹੈਗਾ ਕਿ ਨਹੀਂ ਹੈਗਾ। ਆਨਲਾਈਨ ਹੈਗਾ ਤੇ ਠੀਕ ਹੈਗਾ, ਸ਼ੁਰੂ ਵੀ ਕਰ ਲੈਣਗੇ ਇੰਡੀਆ ਵਿੱਚੋਂ ਬੈਠ ਕੇ, ਤੇ ਜਦੋਂ ਮਰਜ਼ੀ, ਜਦੋਂ 2-4 ਛੁੱਟੀਆਂ ਹੋਣ ਉਦੋਂ ਦੀ ਫਲਾਈਟ ਬੁੱਕ ਕਰਾ ਕੇ ਜਾ ਸਕਦੇ ਆ। ਫਿਲਹਾਲ 21 ਅਗਸਤ ਤੱਕ ਫਲਾਈਟਸ ਬੰਦ ਨੇ, ਡਾਇਰੈਕਟ ਫਲਾਈਟਸ ਜਿਹੜੀਆਂ। ਇਨਡਾਇਰੈਕਟ ਫਲਾਈਟਸ ਦਾ ਮਤਲਬ, ਜਿਸ ਤਰ੍ਹਾਂ ਇੱਕ ਕੰਟਰੀ ਦੇ ਵਿੱਚ ਮੈਨੂੰ ਧਿਆਨ ਹੈਗਾ ਕਿ ਅਗਰ ਉਸ ਕੰਟਰੀ ਦੇ ਥਰੂ ਜਾਈਏ ਤੇ ਉੱਥੇ ਜਾ ਕੇ 7 ਦਿਨ ਕੁਆਰੰਟੀਨ ਹੋਣਾ ਪਏਗਾ। ਉਹ ਇੱਕ ਵੱਡਾ ਮਸਲਾ ਹੈਗਾ, 7 ਦਿਨ ਦਾ ਰਹਿਣ ਸਹਿਣ ਦਾ ਖਰਚਾ, ਔਰ ਟਿਕਟ ਮਹਿੰਗੀ ਪਏਗੀ, ਜਾਂ ਜਿਹੜਾ ਮਹਿੰਗਾ ਪਏਗਾ ਕਾਫੀ ਜ਼ਿਆਦਾ। ਔਰ ਇਸ ਤਰੀਕੇ ਨਾਲ ਇਨਡਾਇਰੈਕਟ ਫਲਾਈਟਸ ਕਿਸੇ ਹੋਰ ਕੰਟਰੀ ਦੇ ਥਰੂ ਲੈਣੀ ਹੈ ਤੇ ਉਹ ਖਰਚੇ ਵਗੈਰਾ, ਇਹ ਕਿੰਨੇ ਦਿਨ ਕੁਆਰੰਟੀਨ ਜਾਂ ਇਹ ਰੂਲਸ ਵਗੈਰਾ ਨੂੰ ਧਿਆਨ ਨਾਲ ਦੇਖ ਕੇ ਜਾਣਾ ਹੈ। ਅਦਰਵਾਈਜ਼ ਜਿਹੜੀ ਡਾਇਰੈਕਟ ਫਲਾਈਟਸ ਨੇ ਦਿੱਲੀ ਤੋਂ ਟੋਰੰਟੋ ਜਾਂ ਵੈਂਕੂਵਰ ਜਿਹੜੀਆਂ ਨੇ ਜਾਂਦੀਆਂ ਨੇ, ਇਹ 21 ਅਗਸਤ ਤੱਕ ਬੰਦ ਨੇ। ਲੈਟ ਅਸ ਸੀ ਕਿ ਕਦੋਂ ਇਹ ਖੁੱਲ੍ਹ ਜਾਂਦੀਆਂ ਨੇ, ਤੇ ਆਈ ਹੋਪ ਕਿ 21 ਅਗਸਤ ਨੂੰ ਖੁੱਲ੍ਹ ਜਾਣ ਤੇ ਫਿਰ ਡੈਫੀਨੇਟਲੀ ਜਾ ਸਕਦੇ ਹੈਗੇ ਆ। ਲੇਕਿਨ ਅਗਰ ਨਾ ਜਾ ਪਾਏ ਤੇ ਤੁਸੀਂ ਆਨਲਾਈਨ ਸਟੱਡੀ ਜਿਹੜੀ ਹੈ ਇੰਡੀਆ ਦੇ ਵਿੱਚ ਜ਼ਿਆਦਾਤਰ ਜਿਹੜੇ ਕਾਲਜਿਸ ਨੇ, ਜ਼ਿਆਦਾਤਰ ਪ੍ਰੋਗਰਾਮਸ ਵਾਸਤੇ ਇਹ ਫੈਸਿਲਿਟੀ ਦਿੱਤੀ ਹੋਈ ਹੈ, ਤੁਸੀਂ ਕਰ ਸਕਦੇ ਹੋ। ਔਰ ਆਨਲਾਈਨ ਸਟੱਡੀ ਆਫ ਕੋਰਸ ਪੋਸਟ ਗ੍ਰੈਜੂਏਟ ਵਰਕ ਪਰਮਿਟ ਵਾਸਤੇ ਵੈਲਿਡ ਵੀ ਹੈਗੀ ਹੈ, ਕੋਈ ਪ੍ਰੋਬਲਮ ਨਹੀਂ ਹੈਗੀ ਹੈ। ਔਰ ਧਿਆਨ ਦੇਣਾ ਹੈਗਾ ਲੇਕਿਨ ਕਿ ਤੁਹਾਡੇ ਕਾਲਜ ਦੇ ਤੁਹਾਡਾ ਕਾਲਜ ਸੇਫ ਕਾਲਜ ਹੈਗਾ ਜਾਂ ਅਨਸੇਫ ਕਾਲਜ। ਸੇਫ ਕਾਲਜ ਦਾ ਮਤਲਬ ਇਹ ਕਿ ਤੁਸੀਂ ਪੜ੍ਹਾਈ ਕਰੋਗੇ। ਜਿਹੜੇ ਈਵਨ ਸਟੂਡੈਂਟਸ ਦਾ ਐਮਬੈਸੀ ਦੇ ਵਿੱਚ ਹੈਗਾ ਰਿਜ਼ਲਟ ਨਹੀਂ ਵੀ ਆਇਆ, ਉਹ ਵੀ ਆਨਲਾਈਨ ਕਲਾਸਿਸ ਸ਼ੁਰੂ ਕਰ ਸਕਦੇ ਨੇ। ਲੇਕਿਨ ਇਸ ਗੱਲ ਦਾ ਧਿਆਨ ਦੇਣਾ ਹੈ ਕਿ ਜਦੋਂ ਆਨਲਾਈਨ ਕਲਾਸਿਸ ਸ਼ੁਰੂ ਕਰ ਲਈਆਂ, ਉਸ ਤੋਂ ਬਾਅਦ ਕਿਸੇ ਸਟੇਜ ਤੇ ਰਿਫਿਊਜ਼ ਹੋ ਗਿਆ ਤੇ ਫੀਸ ਵਾਪਸ ਹੋਏਗੀ ਕਿ ਨਹੀਂ। ਅਗਰ ਫੀਸ ਵਾਪਸ ਕਰ ਦੇਗਾ ਕਾਲਜ ਤੇ ਸੇਫ ਕਾਲਜ ਹੈ, ਤੁਸੀਂ ਲਾ ਲਓ, ਕੋਈ ਹਰਜ ਨਹੀਂ ਹੈ ਕਲਾਸਿਸ। ਔਰ ਅਗਰ ਨਹੀਂ ਕਰੇਗਾ ਤੇ ਅਨਸੇਫ ਕਾਲਜ ਹੈ, ਫਿਰ ਡੈਫਰਮੈਂਟ ਲੈ ਲੈਣੀ ਚਾਹੀਦੀ ਹੈਗੀ ਹੈ। ਜਿਨ੍ਹਾਂ ਦੇ ਵੀਜ਼ੇ ਆ ਗਏ ਹੈਗੇ ਜਾਂ ਈਵਨ ਪਾਸਪੋਰਟ ਰਿਕੁਐਸਟਾਂ ਆ ਗਈਆਂ ਹੈਗੀਆਂ ਨੇ, ਉਹਨਾਂ ਦੇ ਵੀਜ਼ੇ ਆ ਹੀ ਜਾਣੇ ਹੈਗੇ। ਵੈਬ ਫਾਰਮ ਸ਼ੁਰੂ ਕਰ ਦਿੱਤਾ ਹੈਗਾ VFS ਨੇ। ਜਿਨ੍ਹਾਂ ਦੇ ਪਾਸਪੋਰਟ ਰਿਕੁਐਸਟਾਂ ਆ ਗਈਆਂ, ਉਹਨਾਂ ਨੇ ਸਪੈਸ਼ਲ ਇੱਕ ਵੈਬ ਫਾਰਮ ਦੇ ਜ਼ਰੀਏ ਅਸੀਂ ਰਿਕੁਐਸਟ ਭੇਜਦੇ ਹਾਂ VFS ਨੂੰ, ਔਰ ਉਸ ਤਰੀਕੇ ਨਾਲ ਉਹ ਸ਼ੁਰੂ ਹੋ ਗਿਆ ਹੈਗਾ। ਔਰ 2-ਵੇ ਕੋਰੀਅਰ ਦੇ ਰਾਹੀਂ ਉਸੇ ਤਰੀਕੇ ਨਾਲ ਪਹਿਲਾਂ ਹੁੰਦਾ ਸੀਗਾ ਤੇ ਵੀਜ਼ਾ ਲੱਗ ਕੇ ਆ ਜਾਏਗਾ। ਪਾਸਪੋਰਟ ਰਿਕੁਐਸਟ ਆਉਣ ਤੋਂ ਬਾਅਦ ਕਦੇ ਵੀ ਕੋਈ ਦਿੱਕਤ ਨਹੀਂ ਹੁੰਦੀ। AIP ਜਿਨ੍ਹਾਂ ਦੀ ਹੈਗੀ ਹੈ, ਉਸ ਤੋਂ ਬਾਅਦ ਹਾਲੇ ਕਈ ਕੁਛ ਕੇਸਿਸ ਦੀ ਰਿਫਿਊਜ਼ਲਸ ਆਈਆਂ ਸੀਗੀਆਂ। ਔਰ ਜਿਹੜੇ ਹੁਣ ਬਹੁਤ ਸਾਰੇ ਵੀਜ਼ੇ ਆਏ ਹੈਗੇ ਆ, ਉਸ ਦੇ ਵਿੱਚ
6 each ਦੇ graduates going for post graduate programs with 6 each bands, वो बहुत सारे वीजे आए, कोई प्रॉब्लम नहीं। सो ओवरऑल 6 नॉट ਲੈਸ ਦੈਨ 5.5 ਇਨ ਵਨ ਮੋਡਿਊਲ ਦੇ ਨਾਲ ਵੀ ਤੁਸੀਂ ਆਪਣਾ ਕੇਸ ਪ੍ਰੋਸੈਸ ਕਰ ਸਕਦੇ ਹੈਗੇ। ਆਪਾਂ ਸ਼ੁਰੂ ਕਰ ਲਾਂਗੇ, ਲੇਕਿਨ ਮੇਰੀ ਐਡਵਾਈਸ ਕਿ ਆਈਲੈਟਸ ਦੀ ਕੋਚਿੰਗ ਸ਼ੁਰੂ ਕਰ ਲਓ, 1-2 ਟੈਸਟ ਹੋਰ ਦੇਣ ਦੀ ਕੋਸ਼ਿਸ਼ ਕਰ ਲਓ। ਜਦੋਂ ਤੁਹਾਡੀ 15-20 ਦਿਨ ਮਹੀਨਾ ਫਾਈਲ ਤਿਆਰ ਕਰਨ ਨੂੰ ਲੱਗੇਗਾ, ਆਫਰ ਲੈਟਰ ਆਏਗੀ, ਫੀਸ ਜਮ੍ਹਾਂ ਕਰਾਵਾਂਗੇ, ਹੋਰ ਫਾਈਲ ਬਣੇਗੀ, ਅੰਬੈਸੀ ਚ ਲਾਵਾਂਗੇ। ਜਦੋਂ ਤੱਕ ਅਸੀਂ ਫਾਈਲ ਅੰਬੈਸੀ ਚ ਲਾਵਾਂਗੇ ਔਰ ਲਾਉਣ ਤੋਂ ਇਵਨ ਬਾਅਦ ਵੀ ਜਦੋਂ ਤੁਸੀਂ ਆਈਲੈਟਸ ਦਿਓਗੇ, ਉਸ ਦਾ ਰਿਜ਼ਲਟ ਜੇ ਇੰਪਰੂਵਡ ਆ ਗਿਆ, ਬੈਟਰ ਰਿਜ਼ਲਟ ਆ ਗਿਆ, ਤੇ ਉਹ ਆਪਾਂ ਅੰਬੈਸੀ ਨੂੰ ਅਪਲੋਡ ਕਰ ਦੇਵਾਂਗੇ, ਕੋਈ ਪ੍ਰੋਬਲਮ ਨਹੀਂ। ਸੋ ਉਹਨਾਂ ਨੂੰ ਐਡਵਾਈਸ ਜਿਹੜੇ 6 ਚ ਨਹੀਂ ਹੈਗੇ, ਜਿਨ੍ਹਾਂ ਦੇ ਓਵਰਆਲ 6 ਨੋਟ ਲੈਸ ਦੈਨ 5.5 ਇਨ ਵਨ ਮੋਡਿਊਲ, ਉਹ ਦੁਬਾਰਾ ਕਰ ਲੈਣਾ ਚਾਹੀਦਾ। ਲੇਕਿਨ ਪ੍ਰੋਸੈਸਿੰਗ ਸ਼ੁਰੂ ਕਰ ਦਾਂਗੇ। ਸੂ ਕਾਲਜ ਹੈਗਾ, CNC ਹੈਗਾ, NBCC ਹੈਗਾ, MITT ਹੈਗਾ, ਬੜੇ ਸਾਰੇ ਕਾਲਜ ਹੈਗੇ ਨੇ ਜਿਹੜੇ ਕੋਨੈਸਟੋਗਾ ਕਾਲਜ ਪੋਸਟ ਸੈਕੰਡਰੀ ਪ੍ਰੋਗਰਾਮ ਦੇ ਦਿੰਦਾ ਓਵਰਆਲ 6 ਨੋਟ ਲੈਸ ਦੈਨ 5.5 ਦੇ ਨਾਲ, ਔਰ ਨਿਆਗਰਾ ਕਾਲਜ ਦੇ ਦਿੰਦਾ ਹੈਗਾ, ਲਾਇਲਿਸਟ ਕਾਲਜ ਟੋਰਾਂਟੋ ਦੇ ਵਿੱਚ ਹੈਗਾ, ਦੇ ਦੇਗਾ। ਸੋ ਬੜੇ ਸਾਰੇ ਕਾਲਜ ਨੇ, ਉਹ ਤੁਸੀਂ ਆਪਣੀ ਸਾਡੇ ਆਫਿਸ ਦੇ ਵਿੱਚ ਫੋਨ 'ਤੇ ਗੱਲ ਕਰਕੇ, ਵੀਡੀਓ ਕਾਲ 'ਤੇ ਗੱਲ ਕਰਕੇ ਜਾਂ ਜਾ ਕੇ ਪਰਸਨਲੀ ਡਿਸਕਸ ਕਰ ਸਕਦੇ ਹੋ ਆਪਣਾ ਕੇਸ, ਆਪਣੇ ਬੈਂਡਸ ਦੇ ਮੁਤਾਬਕ ਕਿੱਥੇ ਕਿਹੜਾ ਕੋਰਸ ਹੈਗਾ। ਕੁਆਂਟਲੈਂਡ ਪੋਲੀਟੈਕਨਿਕ ਯੂਨੀਵਰਸਿਟੀ KPU ਦੇ ਪੋਸਟ ਗ੍ਰੈਜੂਏਟ ਪ੍ਰੋਗਰਾਮ ਵੀ ਮੇਰਾ ਖਿਆਲ ਹੈ ਮੈਂ ਦੱਸਿਆ ਕਿ ਉਸ ਦੀ ਫੀਸ ਵੀ ਘੱਟ ਹੈਗੀ ਹੈ। 2 ਸਾਲ ਦੇ ਪ੍ਰੋਗਰਾਮ ਜਿਹੜੇ ਨੇ $25,000 ਦੇ ਕਰੀਬ ਫੀਸ ਹੈਗੀ ਹੈ, 2 ਸਾਲ ਦੀ ਘੱਟ ਹੈਗੀ ਹੈ, ਫਾਇਦਾ ਲੈ ਸਕਦੇ ਹੈਗੇ। ਪੇਰੈਂਟਸ ਦੀ PR ਜਿਹੜੀ ਹੈਗੀ ਹੈ, ਉਹ ਉਸ ਦੀ ਗੱਲਬਾਤ ਸ਼ੁਰੂ ਹੋ ਗਈ ਹੈਗੀ ਹੈ। ਸਤੰਬਰ, ਅਕਤੂਬਰ, ਨਵੰਬਰ ਇਹਨਾਂ ਮਹੀਨਿਆਂ ਦੇ ਵਿੱਚ ਜਾ ਕੇ ਕੈਨੇਡਾ ਐਮਬੈਸੀ ਡਿਕਲੇਅਰ ਕਰਦੀ ਹੈਗੀ ਆ, ਓਪਨ ਕਰਦੀ ਹੈਗੀ ਹੈ ਪ੍ਰੋਗਰਾਮ। ਔਰ ਜਿਹੜੇ ਪੇਰੈਂਟਸ ਦੀ PR ਜਿਹੜੇ ਉੱਥੇ PR ਜਾਂ ਸਿਟੀਜ਼ਨ ਨੇ ਕੈਨੇਡਾ ਦੇ ਵਿੱਚ, ਉਹ ਆਪਣੇ ਪੇਰੈਂਟਸ ਦੀ PR ਕਰਵਾ ਸਕਦੇ ਨੇ। ਔਰ ਉਸ ਦੇ ਵਾਸਤੇ ਤੁਸੀਂ ਹੁਣ ਡਿਸਕਸ਼ਨਸ, ਕਿਉਂਕਿ ਉਹਦੇ ਦੀ ਕਿੰਨੀ ਇਨਕਮ ਚਾਹੀਦੀ ਹੈ, ਐਲੀਜੀਬਿਲਿਟੀ ਬਣਨੀ ਚਾਹੀਦੀ ਹੈ, ਅਤੇ ਪਿਛਲੇ 3 ਸਾਲ ਦੀ ਇਨਕਮ ਕੰਸੀਡਰ ਹੁੰਦੀ ਹੈਗੀ ਹੈ, ਚੈੱਕ ਹੁੰਦੀ ਹੈਗੀ ਹੈ, ਔਰ ਕਿੰਨੀ ਇਨਕਮ ਚਾਹੀਦੀ ਹੈ ਐਲੀਜੀਬਿਲਿਟੀ ਵਾਸਤੇ ਗੱਲਬਾਤ ਕਰਨ ਵਾਸਤੇ ਤੁਸੀਂ ਸਾਡੇ ਕੈਨੇਡਾ ਦੇ ਨੰਬਰ 6479612313 ਜਾਂ ਇੰਡੀਆ ਦੇ ਨੰਬਰ 70613 70613 'ਤੇ ਕਾਲ ਕਰਕੇ ਗੱਲਬਾਤ ਕਰ ਸਕਦੇ ਹੋ। ਔਰ ਆਪਾਂ ਇਹ ਤੁਹਾਡੇ ਪੇਰੈਂਟਸ ਦੀ PR ਦਾ ਪ੍ਰੋਸੈਸ ਸ਼ੁਰੂ ਕਰ ਸਕਦੇ ਹਾਂ। ਔਰ ਇਨ ਕੈਨੇਡਾ ਵਿੱਚ ਜਿਹੜੇ ਸਟੂਡੈਂਟਸ ਨੇ ਜਾਂ ਪੋਸਟ ਗ੍ਰੈਜੂਏਟ ਵਰਕ ਪਰਮਿਟ 'ਤੇ ਹੈਗੇ ਨੇ, ਉਹਨਾਂ ਦੇ ਵੀ ਅਲੱਗ-ਅਲੱਗ ਕੈਟਾਗਰੀਜ਼ ਜਿਹੜੀਆਂ ਕੈਨੇਡਾ ਗੌਰਮੈਂਟ ਨੇ, ਕੈਨੇਡਾ ਐਮਬੈਸੀ ਨੇ ਕੱਢੀਆਂ ਸੀਗੀਆਂ, ਉਹ ਵੀ ਅਸੀਂ ਡੀਲ ਕਰਦੇ ਹੈਗੇ ਹਾਂ। ਸਟੂਡੈਂਟਸ ਦੀ ਜਾਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਵਾਲੇ ਜਾਂ ਵਰਕ ਪਰਮਿਟ 'ਤੇ ਜਿਹੜੇ ਨੇ LMIA ਦੇ ਥਰੂ ਜਿਹੜੇ ਗਏ ਹੋਏ ਨੇ, ਵਰਕ ਪਰਮਿਟ 'ਤੇ ਹੈਗੇ ਨੇ ਕੈਨੇਡਾ ਦੇ ਵਿੱਚ, ਉਹਨਾਂ ਦੀ ਪਰਮਾਨੈਂਟ ਰੈਜ਼ੀਡੈਂਸ ਦੀ ਫਾਈਲਸ ਅਸੀਂ ਲਾਉਂਦੇ ਹੈਗੇ ਹਾਂ। ਉਸ ਦੇ ਬਾਰੇ ਵੀ ਡਿਸਕਸ ਤੁਸੀਂ ਕਰ ਸਕਦੇ ਹੋ ਔਰ ਗੱਲਬਾਤ ਸ਼ੁਰੂ ਕਰਕੇ ਸਾਡੇ ਤੋਂ ਇਹ ਆਪਣਾ ਕੰਮ ਕਰਵਾ ਸਕਦੇ ਹੋ। ਬੜੀ ਰੀਜ਼ਨੇਬਲ ਫੀਸ। ਔਰ ਵੱਡੀ ਗੱਲ ਇਹ ਕਿ ਰੱਬ ਨੂੰ ਹਾਜ਼ਰ ਨਾਜ਼ਰ ਮੰਨ ਕੇ, ਰੱਬ ਦੀ ਸਹੁੰ ਖਾ ਕੇ ਬਿਲਕੁਲ ਜੈਨੂਅਨ ਐਡਵਾਈਸ ਦਾ ਮਤਲਬ ਇਹ ਕਿ ਬੜੇ ਸਾਰੇ ਕੰਸਲਟੈਂਟ ਭਾਵੇਂ ਇੰਡੀਆ ਵਿੱਚ ਹੈਗੇ ਆ, ਭਾਵੇਂ ਕੈਨੇਡਾ ਦੇ ਵਿੱਚ ਹੈਗੇ ਆ, ਕੇਸਿਸ ਐਲੀਜੀਬਿਲਿਟੀ ਨਹੀਂ ਬਣਦੀ, ਫਿਰ ਵੀ ਕਹਿ ਦਿੰਦੇ ਐਲੀਜੀਬਿਲਿਟੀ ਬਣਦੀ ਹੈ, ਫੀਸ ਲੈ ਲਈ ਆਪਣੀ, ਕੰਮ ਹੋਵੇ ਜਾਂ ਨਾ ਹੋਵੇ, ਜਾਂ ਕਿ ਫਿਰ ਠੀਕ ਤਰੀਕੇ ਨਾਲ ਕੰਮ ਨਹੀਂ ਕਰਨਾ, ਜਾਂ ਕਿ ਫਿਰ ਬਹੁਤ ਸਾਰੇ ਅਖਬਾਰ TV 'ਤੇ ਹਰ ਥਾਂ ਦੇਖਦੇ ਹਾਂ ਆਪਾਂ ਕਈ ਤਰ੍ਹਾਂ ਦੀ ਅਲੱਗ-ਅਲੱਗ ਤਰੀਕੇ ਨਾਲ ਠੱਗੀਆਂ ਔਰ ਜਿਹੜੀ ਡਿਸਓਨੈਸਟੀ ਔਰ ਮਿਸਗਾਈਡੈਂਸ। ਅਤੇ ਆਪਣੀ ਜਿਹੜੀ ਪਾਇਨੀਅਰ ਇਮੀਗ੍ਰੇਸ਼ਨ ਤੁਹਾਡੀ ਜਿਹੜੀ ਕੰਪਨੀ ਹੈਗੀ ਹੈ, 2003 ਤੋਂ ਤੁਹਾਡੀਆਂ ਸੇਵਾਵਾਂ ਵਿੱਚ 100% ਓਨੈਸਟੀ, ਤੁਹਾਡੀ ਕੇਅਰ ਵੈਲਕਮ। ਔਰ ਇਹ ਪਹਿਲਾਂ ਵੀ ਗੱਲ ਹੋਈ ਸੀਗੀ ਕਿ ਜਿਹੜੇ ਫੁੱਲੀ ਵੈਕਸੀਨੇਟਡ ਹੋਣਗੇ, ਉਹ ਜਿਨ੍ਹਾਂ ਨੂੰ ਦੋਨੇ ਡੋਜ਼ਿਸ ਲੱਗ ਗਈਆਂ ਔਰ ਫਲਾਈਟ ਤੋਂ 14 ਦਿਨ ਪਹਿਲਾਂ ਸੈਕਿੰਡ ਡੋਜ਼ ਲੱਗੀ ਹੋਏਗੀ, ਔਰ ਅਰਾਈਵਕੈਨ ਐਪ 'ਤੇ ਅਪਲੋਡ ਕਰ ਦਿੱਤੀ, ਅਤੇ ਫਿਰ ਉਹਨਾਂ ਨੂੰ ਕੁਆਰੰਟੀਨ 14 ਦਿਨ ਦਾ ਜਿਹੜਾ ਹੈ, 3 ਦਿਨ ਦਾ ਹੋਟਲ ਕੁਆਰੰਟੀਨ ਔਰ ਘਰੇ ਜਾ ਕੇ 11 ਦਿਨ ਦਾ ਹੋਰ ਕੁਆਰੰਟੀਨ ਕਰਨ ਦੀ ਜ਼ਰੂਰਤ ਨਹੀਂ ਹੈਗੀ। 8ਵੇਂ ਦਿਨ ਜਿਹੜਾ ਟੈਸਟ ਹੁੰਦਾ ਸੀ ਕੈਨੇਡਾ ਜਾ ਕੇ, ਉਹ ਵੀ ਕਰਵਾਉਣ ਦੀ ਜ਼ਰੂਰਤ ਨਹੀਂ। ਲੇਕਿਨ ਵਿਦਿਨ 72 ਆਵਰਸ ਫਲਾਈਟ ਲੈਣ ਤੋਂ ਪਹਿਲਾਂ ਜਿਹੜਾ ਟੈਸਟ ਹੈਗਾ, ਉਹ ਹਾਲੇ ਵੀ ਜ਼ਰੂਰੀ ਹੈਗਾ। ਟੂਰਿਸਟ ਵੀਜ਼ਾ ਖੁੱਲ੍ਹ ਗਏ ਨੇ ਔਰ ਉਹਨਾਂ ਦੀਆਂ ਫਾਈਲਸ ਆਪਾਂ ਹੁਣ ਲਾ ਸਕਦੇ ਹੈਗੇ ਹਾਂ, ਕਿਉਂਕਿ ਉਹਨਾਂ ਦੀ ਬਾਇਓਮੈਟ੍ਰਿਕਸ ਵੀ ਸ਼ੁਰੂ ਹੋ ਗਈਆਂ ਨੇ। ਵੈਲਕਮ। ਔਰ ਸਾਡੇ ਆਫਿਸ ਵਿੱਚ ਮਿਲ ਕੇ ਆਪਣਾ ਕੇਸ ਲਗਵਾ ਲੈਣਾ ਚਾਹੀਦਾ ਹੈਗਾ। ਔਰ ਹੋਰ ਵੀ ਜਿਹੜੀਆਂ 6 ਈਚ, ਜਿਹੜਾ ਜਿਸ ਤਰ੍ਹਾਂ ਮੈਂ ਦੱਸਿਆ ਕਿ 6 ਈਚ ਦੇ ਨਾਲ
तो खास तौर पर बहुत हाई सक्सैस रेट रहा। ओवरऑल 6 नॉट लैस दैन 5.5 के नाल भी हुण जिहड़ी जनवरी इनटेक की तुसीं फाइलां हुण तुसीं अपनियां लगवा सकते हो, अपनी एप्लीकेशन सबमिट करवा सकते हो, वैलकम। और हले जनवरी इनटेक विच कई कॉलेजिज फुल हो गए ने, कईयां विच हले भी सीटां हैगियां ने, और वैलकम अपना केस डिस्कस साडे नाल कर लो, वैलकम। अगले शनिवार सवेरे 11 बजे फिर होर डिस्कशनस करांगे लाइव सैशन के थ्रू, और अलग अलग टॉपिक्स जिस तरह मैं गल कीता सी वाई कैनेडा या एक स्पाउस वीज़ा ते मैं लाइव सैशन कीता सीगा 4 अगस्त 2019। ਉਹਦੇ ਵਿੱਚ काफ़ी स्पाउस वीज़ा बारे गलबात की सी। स्पाउस वीज़ा भी हुण लगने शुरू हो गए ने, और बायोमैट्रिक्स जिहड़ा हैगा आपां फाइल सबमिट करन तो पहलां ही जदों अपनी ऑफर लैटर आ गई हैगी है तो आपां नूं पता है कि 15 के 20 दिन बाद आपां फाइल वगैरह लानी हैगी है, तो आपां बायोमैट्रिक्स की डेट पहलां ही फाइल अंबैसी विच लाउण तो पहलां ही बायोमैट्रिक्स की डेट भी बुक कर सकते हैं। सो अपने कंसलटेंट नाल गल कर लो, साडे नाल कोई भी डिस्कशन करनी है, साडे सारे ऑफिस इस वक्त खुले हुए ने, वैलकम। और मैं भी छेती मिलना शुरू करूँगा, और अगले शनिवार